ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਅੱਜ ਹਰਿੰਦਰ ਵੀਰ ਜੀ ਨੇ ਇਹ ਸਵਾਲ ਪੁੱਛਿਆ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਕੋਈ ਵੈਡਿੰਗ ਹੁੰਦੀ ਆ ਜਾਂ ਕੋਈ ਅਸੀਂ ਹੋਰ ਫੰਕਸ਼ਨ ਕਰਦੇ ਹਾਂ ਅਤੇ ਉੱਥੇ ਇਹ ਸ਼ਬਦ ਪੜ੍ਹਿਆ ਜਾਂਦਾ ਆ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਸ ਦਾ ਅੰਤਰੀਵ ਭਾਵ ਕੀ ਹੈ? ਇਹ ਸ਼ਬਦ ਕਿਉਂ ਪੜ੍ਹਿਆ ਜਾਂਦਾ ਹੈ? ਸਾਡਾ ਜਿਹੜਾ ਪੰਜਾਬੀ ਕਲਚਰ ਆ, ਇਹਦੇ ਵਿੱਚ ਜਿਹੜੇ ਸਿਆਣੇ ਬੁੱਧੀਜੀਵੀ ਲੋਕ ਨੇ ਉਹਨਾਂ ਨੇ ਇਹ ਕਿਹਾ ਕਿ ਲੋਰੀਆਂ ਫਿਰ ਘੋੜੀਆਂ ਤੇ ਫਿਰ ਸੋਹਿਲੇ, ਲੋਕ ਤੋਂ ਪਰਲੋਕ ਤੱਕ ਗੀਤਾਂ ਦਾ ਪੁਲ। ਸਾਡੇ ਬਾਬੇ ਨੇ ਜੋ ਸਾਨੂੰ ਸੰਗੀਤ ਦਿੱਤਾ, ਜੋ ਭਾਈ ਮਰਦਾਨਾ ਜੀ ਨੂੰ ਤਾਰ ਦਾ ਗੁਣ ਦਿੱਤਾ ਅਤੇ ਸੰਗੀਤ ਸਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਸਾਡੀ ਜ਼ਿੰਦਗੀ ਦਾ ਪਾਰਟ ਬਣ ਗਿਆ, ਹਿੱਸਾ ਬਣ ਗਿਆ। ਕੋਈ ਵੀ ਫੰਕਸ਼ਨ ਹੋਵੇ ਆਨੰਦ ਸਾਹਿਬ ਪੜ੍ਹਿਆ ਜਾਣਾ ਚਾਹੀਦਾ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਆ ਕਿ ਭਾਈ ਤੇਰਾ ਜੀਵਨ, ਇਹ ਜੀਵਨ ਆ ਜਿਹੜਾ ਇਹ ਅਸਲ ਦੇ ਵਿੱਚ ਆਨੰਦ ਦਾ ਕਾਰਜ ਆ। ਆਪਾਂ ਕਦੇ ਆਨੰਦ ਕਾਰਜ ਦੀ ਲਾਵਾਂ ਦੀ ਵਿਆਖਿਆ ਕਿਸੇ ਦਿਨ ਫੇਰ ਕਰਾਂਗੇ, ਗੱਲ ਕਰਾਂਗੇ, ਹੈ ਨਾ। ਪਰ ਅੱਜ ਜੋ ਤੁਸੀਂ ਸਵਾਲ ਪੁੱਛਿਆ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸ਼ਬਦ ਹੈ ਜਿਹੜਾ ਉਹਨਾਂ ਨੇ ਸ਼੍ਰੀ ਰਾਗ ਦੇ ਵਿੱਚ ਉਚਾਰਨ ਕੀਤਾ ਹੈ। ਪਰ ਇਸ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਸਾਨੂੰ ਅਗਲਾ ਜਿਹੜਾ ਇਸ ਤੋਂ ਪਹਿਲਾਂ ਦਾ ਸ਼ਬਦ ਆ ਸ਼੍ਰੀ ਰਾਗ ਮਹੱਲਾ ਪੰਜਵਾ, ਸਾਨੂੰ ਉਹ ਸਮਝਣਾ ਪਏਗਾ ਤਾਂ ਇਸ ਦਾ ਆਨਸਰ ਜੋ ਤੁਸੀਂ ਪੁੱਛਿਆ ਹੈ ਮਿਲੇਗਾ। ਤਾਂ ਉਸ ਤੋਂ ਪਹਿਲੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ। ਜਿਵੇਂ ਹੀ ਸਾਡੀ ਜ਼ਿੰਦਗੀ ਵਿੱਚੋਂ ਪਰਮਾਤਮਾ ਦਾ ਭੁੱਲਣਾ ਹੁੰਦਾ, ਜਿਵੇਂ ਹੀ ਅਸੀਂ ਪਰਮਾਤਮਾ ਵੱਲ ਪਿੱਠ ਕਰਦੇ ਹਾਂ, ਜਿਵੇਂ ਹੀ ਅਸੀਂ ਸੰਸਾਰਕ ਪਦਾਰਥਾਂ ਵੱਲ ਮੂੰਹ ਕਰਦੇ ਹਾਂ, ਮਨ ਵੱਲ ਮੁੱਖ ਕਰਦੇ ਹਾਂ ਅਤੇ ਗੁਰੂ ਵੱਲ ਪਿੱਠ ਕਰ ਲੈਂਦੇ ਹਾਂ, ਤਾਂ ਸਾਡੀ ਜ਼ਿੰਦਗੀ ਵਿੱਚ ਇੱਕ ਬੇਤਾਲਤਾ ਆਉਂਦੀ ਆ, ਸਾਡੀ ਜ਼ਿੰਦਗੀ ਵਿੱਚ ਇੱਕ ਬੇਸੁਰਤਾ ਆਉਂਦੀ ਆ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬੇਅਦਬ ਆਉਂਦਾ ਅਤੇ ਸਾਡੀ ਜ਼ਿੰਦਗੀ ਇੱਕ ਬਦ ਕਿਸਮਤੀ ਵੱਲ ਨੂੰ ਜਾਂਦੀ ਆ, ਬਦਬਖਤੀ ਵੱਲ ਨੂੰ ਜਾਂਦੀ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਸਭੇ ਗੱਲਾਂ ਵਿਸਰਨ, ਅਤੇ ਜਿਵੇਂ ਜਿਵੇਂ ਤੂੰ ਪਰਮਾਤਮਾ ਵੱਲ ਨੂੰ ਮੂਵ ਹੋਵੇਂ, ਜਿਵੇਂ ਜਿਵੇਂ ਤੇਰੇ ਅੰਦਰੋਂ ਤੇਰੇ ਹਿਰਦੇ ਦੇ ਵਿੱਚੋਂ ਇਹ ਜਿਹੜੀਆਂ ਗੱਲਾਂ ਨੇ, ਜਿਹੜੀਆਂ ਦੁਨਿਆਵੀ ਗੱਲਾਂ ਨੇ, ਇਹ ਵਿਸਰਨ ਲੱਗ ਜਾਂਦੀਆਂ ਨੇ। ਇਹ ਅਸਲ ਦੇ ਵਿੱਚ ਵਿਸਰ ਜਾਣੀਆਂ ਚਾਹੀਦੀਆਂ ਨੇ। ਤੈਨੂੰ ਦੁਨੀਆਦਾਰੀ ਦੀਆਂ ਜਿਹੜੀਆਂ ਡਿਸਟਰੈਕਸ਼ਨਸ ਨੇ, ਦੁਨੀਆਦਾਰੀ ਦੀਆਂ ਜਿਹੜੀਆਂ ਵਿਚਾਰਾਂ ਨੇ, ਜਿਹੜੀਆਂ ਤੈਨੂੰ ਪਕੜ ਕੇ ਤੈਨੂੰ ਕਿਸੇ ਪਾਸੇ ਵੱਲ ਮੂਵ ਨਹੀਂ ਹੋਣ ਦਿੰਦੀਆਂ, ਵਧਣ ਨਹੀਂ ਦਿੰਦੀਆਂ, ਇਹ ਵਿਸਰ ਜਾਣੀਆਂ ਚਾਹੀਦੀਆਂ ਨੇ। ਪਰ ਜੇ ਇਹ ਜਦੋਂ ਤੱਕ ਇਹ ਤੇਰੇ ਤੋਂ ਵਿਸਰਦੀਆਂ ਨਹੀਂ ਹੈਗੀਆਂ ਨਾ, ਤਾਂ ਤੇਰੇ ਜਿਹੜੇ ਗੁਣ ਨੇ ਭਾਈ ਉਹ ਗਲਦੇ ਜਾਂਦੇ ਨੇ। ਹਰ ਵਿਸਰਤ ਤੇਰੇ ਗੁਣ ਗਲਿਆ ਅਤੇ ਤੂੰ ਇਸ ਸਰਵਰ ਦੇ ਵਿੱਚ, ਇਸ ਪਾਵਕ ਦੇ ਸਮੁੰਦਰ ਦੇ ਵਿੱਚ, ਇਸ ਅਗਨ ਦੇ ਤ੍ਰਿਸ਼ਨਾ ਦੇ ਸਮੁੰਦਰ ਦੇ ਵਿੱਚ ਅਸਲ ਦੇ ਵਿੱਚ ਤੂੰ ਡੁੱਬ ਜਾਂਦਾ ਆ ਅਤੇ ਮਰ ਜਾਂਦਾ ਆ, ਤੇਰੀ ਜ਼ਮੀਰ ਮਰ ਜਾਂਦੀ ਆ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਭਾਈ ਜਿਵੇਂ ਜਿਵੇਂ ਤੈਨੂੰ ਪਰਮਾਤਮਾ ਦਾ ਨਾਮ ਤੇਰੇ ਚੇਤੇ 'ਚ ਆਉਣਾ ਸ਼ੁਰੂ ਹੁੰਦਾ, ਜਿਵੇਂ ਜਿਵੇਂ ਤੇਰੀ ਜ਼ਿੰਦਗੀ ਵਿੱਚ ਵਾਹਿਗੁਰੂ ਦੀ ਵਿਚਾਰ ਆਉਣੀ ਸ਼ੁਰੂ ਹੁੰਦੀ ਆ ਨਾ, ਉਸ ਇੱਕ ਓਅੰਕਾਰ ਦਾ ਧਿਆਨ ਆਉਣਾ ਸ਼ੁਰੂ ਹੁੰਦਾ, ਉਸ ਇੱਕ ਓਅੰਕਾਰ ਦੀ ਯਾਦ ਆਉਣੀ ਸ਼ੁਰੂ ਹੁੰਦੀ ਆ, ਤੇਰੀ ਉਹ ਮਰੀ ਹੋਈ ਜ਼ਮੀਰ ਦੇ ਵਿੱਚ ਤਾਕਤ ਆਉਣੀ ਸ਼ੁਰੂ ਹੋ ਜਾਂਦੀ ਆ। ਭਾਵ ਕਿ ਮਰੀ ਹੋਈ ਜ਼ਮੀਰ ਆ ਜਿਹੜੀ ਉਹ ਜਾਗਣੀ ਸ਼ੁਰੂ ਹੋ ਜਾਂਦੀ ਆ। ਅਤੇ ਇੱਕ ਥਾਂ 'ਤੇ ਕਰਨੈਲ ਸਿੰਘ ਪਾਰਸ ਲਿਖਦੇ ਆ ਕਿ ਖੂਨ ਨਹੀਂ ਬਿਰਥਾ ਜਾਣਾ ਡੁੱਲਿਆ ਪੁੱਤਰਾਂ ਮੇਰਿਆਂ ਦਾ। ਗੁਰੂ ਗੋਬਿੰਦ ਸਿੰਘ ਜੀ ਦੀ ਜ਼ਫਰਨਾਮਾ ਚਿੱਠੀ ਦਾ ਉਹ ਤਰਜਮਾ ਕਰਦੇ ਸਾਹਿਤਕ ਰੰਗ ਨੂੰ ਲਿਖਦੇ ਆ ਕਿ ਚੋਟ ਨਗਾਰੇ ਲਾ ਕੇ ਸੁੱਤੇ ਲੋਕੀ ਜਾਗਣਗੇ, ਥੋੜੇ ਸ਼ਾਹੀ ਮਹਿਲਾਂ ਉੱਤੇ ਤੋਪਾਂ ਦਾਗਣਗੇ, ਮੈਂ ਖੂਨ ਛੱਡੂੰ ਪਿਘਲਾ ਕੇ ਕਿੰਨੀਆਂ ਸਦੀਆਂ ਦਾ ਠਰਿਆ। ਅਤੇ ਜਿਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ੀ ਅਤੇ ਸਾਡਾ ਸਦੀਆਂ ਦਾ ਜੰਮਿਆ ਹੋਇਆ ਖੂਨ ਉਸ ਨੇ ਪਿਘਲਾ ਕੇ ਰੱਖ ਦਿੱਤਾ, ਅਤੇ ਗੁਰੂ ਮਹਾਰਾਜ ਜੀ ਕਹਿੰਦੇ ਆ ਕਿ ਭਾਈ ਸਭੇ ਗੱਲਾਂ ਵਿਸਰਨ ਇੱਕੋ ਵਿਸਰ ਨਾ ਜਾਓ।
ਤੈਨੂੰ ਇੱਕ ਉਹ ਪਰਮਾਤਮਾ ਨਹੀਂ ਵਿਸਰਨਾ ਚਾਹੀਦਾ। ਇਹ ਸੰਸਾਰਕ ਜਿਹੜੇ ਝਮੇਲੇ ਨੇ, ਜਿਹੜੇ ਧੰਦੇ ਤੂੰ ਕਰਦਾ, ਧੰਦਾ ਕੀ ਹੁੰਦਾ? ਧੰਦਾ ਉਹ ਕੰਮ ਹੁੰਦਾ ਜਿਹਦੇ ਵਿੱਚੋਂ ਖੱਟਣ ਨੂੰ ਤੇ ਖਾਣ ਨੂੰ ਕੁਛ ਨਾ ਹੋਵੇ। ਧੰਦਾ ਸਭ ਜਲਾਇਕ ਹੈ। ਇਹ ਜਿਹੜਾ ਧੰਦਾ, ਇਹ ਤੂੰ ਜਲਾ ਕੇ, ਧੰਦੇ ਜਿਹਦੇ ਵਿੱਚ ਤੈਨੂੰ ਕੋਈ ਪ੍ਰੋਡਕਟੀਵਿਟੀ ਨਹੀਂ ਆਉਂਦੀ, ਜਿਹੜੇ ਕੰਮ ਵਿੱਚੋਂ ਤੈਨੂੰ ਕੋਈ ਰਿਟਰਨ ਨਹੀਂ ਆਉਂਦੀ, ਫਿਰ ਕੀ ਕਰ? ਗੁਰਨਾਮ ਦੀਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਨਾਮ ਦੀ ਦਾਤ ਦਿੱਤੀ ਆ, ਜਿਹੜਾ ਕਿ ਸੱਚ ਦਾ ਸੁਆਓ ਆ। ਸੱਚ ਦਾ ਸੁਆਓ ਮਤਲਬ ਪ੍ਰਯੋਜਨ ਆ। ਸੱਚ ਦਾ ਸੁਆਓ ਮਤਲਬ ਤੈਨੂੰ ਇੱਕ ਮਕਸਦ ਦਿੱਤਾ ਜ਼ਿੰਦਗੀ ਦੇ ਵਾਸਤੇ। ਤੂੰ ਸੱਚ ਕਮਾ, ਕੀ ਕਰਕੇ? ਸਭੇ ਗੱਲਾਂ ਨੂੰ ਵਿਸਾਰ ਕੇ ਤੇ ਧੰਦੇ ਨੂੰ ਜਲਾ ਕੇ। ਧੰਦਾ ਉਹ ਕੰਮ ਆ ਜਿਹਦੇ ਵਿੱਚ ਤੇਰੀ ਐਨਰਜੀ ਜ਼ਿਆਦਾ ਲੱਗਦੀ ਆ, ਪਰ ਤੈਨੂੰ ਮਿਲਣ ਨੂੰ, ਕੱਢਣ ਨੂੰ ਕੁਛ ਨਹੀਂ ਮਿਲਦਾ। ਤੇਰੀ ਜ਼ਿੰਦਗੀ ਦੀ ਕਮਾਈ ਨਹੀਂ ਕੁਛ ਬਣਦੀ ਹੈਗੀ। ਸੋ ਗੁਰੂ ਮਹਾਰਾਜ ਕਹਿੰਦੇ ਆ ਕਿ ਆਸਾਂ ਸਭੇ ਲਾਹਿਕ ਹੈ, ਇੱਕਾ ਆਸ ਕਮਾਓ। ਜੇ ਕੋਈ ਆਸ ਰੱਖਣੀ ਆ ਤਾਂ ਉਹ ਇੱਕਾ ਤੋਂ ਰੱਖ। ਇੱਕਾ ਦਾ ਮਤਲਬ ਅਕਾਲ ਪੁਰਖ ਵਾਹਿਗੁਰੂ ਤੋਂ ਰੱਖ, ਉਸ ਇੱਕੋ ਓੰਕਾਰ ਤੋਂ ਰੱਖ, ਉਸ ਨਿਰਭਉ ਤੋਂ ਰੱਖ, ਉਸ ਨਿਰਵੈਰ ਤੋਂ ਰੱਖ, ਉਸ ਭਾਖਿਆ ਭਾਉ ਅਪਾਰ ਵਾਲੇ ਦਾਤੇ ਤੋਂ ਰੱਖ। ਕੀ ਰੱਖ? ਆਸਾ ਸਭੇ ਲਾਹਿਕ ਹੈ। ਸਭੇ ਆਸਾਂ ਨੂੰ ਲਾ ਕੇ ਨਾ ਇੱਕਾ ਆਸ, ਉਸ ਇੱਕ ਆਸ ਨੂੰ, ਉਹਦੇ ਉੱਤੇ ਕਮਾਈ ਕਰ, ਉਹਦੇ ਉੱਤੇ ਦ੍ਰਿੜਤਾ ਕਰ। ਉਸ ਪਰਮਾਤਮਾ ਦੇ ਨਾਮ ਦੀ ਆਸ ਦੀ ਤੂੰ ਕੀ ਕਰ? ਦ੍ਰਿੜਤਾ ਕਰ। ਕਮਾਊ ਦਾ ਮਤਲਬ ਹੋ ਗਿਆ ਦ੍ਰਿੜਤਾ ਕਰ, ਪਕਿਆਈ ਕਰ ਜੀਵਨ ਦੇ ਵਿੱਚ। ਉਸ ਨੂੰ ਤੂੰ ਅੰਤਸ਼ਕਰਨ ਦੇ ਵਿੱਚ ਭਾਈ ਲਾਹੁਣਾ ਕਰ। ਆਸਾਂ ਸਭੇ ਲਾਹਿਕ ਹੈ, ਇੱਕਾ ਆਸ ਕਮਾਓ। ਇੱਕ ਦੀ ਆਸ ਕਰ। ਕੀ ਆਸ ਕਰ? ਕਹੇ ਰਵਿਦਾਸ, ਜਿਵੇਂ ਰਵਿਦਾਸ ਜੀ ਸਾਨੂੰ ਸਮਝਾਉਂਦੇ ਆ, ਆਸ ਲੱਗ ਜੀਵੋ। ਉਸ ਆਸ ਨੂੰ ਤੂੰ ਹਿਰਦੇ ਦੇ ਵਿੱਚ ਜਗਦੀ, ਮਗਦੀ ਤੇ ਦਗਦੀ ਰੱਖ। ਕੀ ਰੱਖ? ਦਗਦੀ ਰੱਖ। ਕਹਿ ਰਵਿਦਾਸ, ਆਸ ਲੱਗ ਜੀਵੋ, ਚਿਰ ਪਇਓ ਦਰਸ਼ਨ ਦੇਖੇ। ਇਹ ਅਰਦਾਸ ਤੂੰ ਅਕਾਲ ਪੁਰਖ ਪਰਮਾਤਮਾ ਦੇ ਮੂਹਰੇ ਭਾਈ ਟਿਕਾ ਕੇ ਰੱਖ, ਸੁਰਤ ਦੇ ਵਿੱਚ ਰੱਖ। ਇਹ ਆਸ ਨੇ ਤੇਰੇ ਅੰਦਰ ਇੱਕ ਜੀਵਨ ਪੈਦਾ ਕਰਨਾ। ਇਸ ਆਸ ਨੇ ਤੇਰੇ ਅੰਦਰ ਮਰੀ ਹੋਈ ਜ਼ਮੀਰ ਦੇ ਵਿੱਚ ਇੱਕ ਜੁਗਤ ਪੈਦਾ ਕਰਨੀ ਆ, ਇੱਕ ਜਾਨ ਪੈਦਾ ਕਰਨੀ ਆ, ਜਿਹੜੀ ਤੇਰੀ ਜ਼ਮੀਰ ਹੁਣ ਮਰੀ ਹੋਈ ਆ। ਸੋ ਗੁਰੂ ਮਹਾਰਾਜ ਕਹਿੰਦੇ ਆ ਕਿ ਜਿੰਨੀ ਸਤਿਗੁਰ ਸੇਵਿਆ, ਜਿਨ੍ਹਾਂ ਨੇ ਇੱਕ ਦੀ ਆਸ ਰੱਖੀ, ਜਿਨੀ ਨਾਮ ਤੇ ਆਇਆ, ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕੀਤਾ, ਜਿਨੀ ਸਤਿਗੁਰ ਸੇਵਿਆ, ਤਿਨ ਅੱਗੇ ਮਿਲਿਆ ਥਾਓ। ਉਹਨਾਂ ਨੂੰ ਕੀ ਮਿਲਿਆ? ਵਿੱਚ ਦੁਨੀਆ ਸੇਵ ਕਮਾਈ ਹੈ। ਉਹਨਾਂ ਨੇ ਦੁਨੀਆ ਦੇ ਵਿੱਚ ਸੇਵ ਕੀਤੀ, ਸੇਵ ਕਮਾਈ, ਸੇਵਾ ਕਮਾਈ, ਤਾਂ ਦਰਗਹਿ ਬੈਸਣ ਪਾਈ ਹੈ। ਉਹਨਾਂ ਨੂੰ ਦਰਗਾਹ ਦੇ ਵਿੱਚ ਇੱਕ ਬੈਸਣ ਮਿਲਿਆ, ਇੱਕ ਟਿਕਾ ਮਿਲਿਆ, ਇੱਕ ਥਾਂ ਮਿਲੀ ਆ, ਹੈ ਨਾ। ਜਿਨੀ ਸਤਿਗੁਰ ਸੇਵਿਆ, ਤਿੰਨਾਂ ਅੱਗੇ ਮਿਲਿਆ ਥਾਓ, ਥਾਨ ਬਿਹੂਨ ਉੱਠ ਉੱਠ ਫਿਰਤਾ ਆਵੇ। ਅਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੂੰ ਭਾਈ ਅੱਗੇ ਟਿਕਾਣਾ ਮਿਲ ਗਿਆ। ਇਸ ਕਰਕੇ ਗੁਰੂ ਮਹਾਰਾਜ ਕਹਿੰਦੇ ਆ, ਭਾਈ ਮਨ ਮੇਰੇ ਕਰਤੇ ਨੂੰ ਸਾਲਾਹੇ। ਫਿਰ ਉਹ ਆਸ ਨੂੰ ਮਗਦੀ ਰੱਖਣ ਵਾਸਤੇ, ਦਗਦੀ ਰੱਖਣ ਵਾਸਤੇ, ਜਗਦੀ ਰੱਖਣ ਵਾਸਤੇ ਅਤੇ ਉਸ ਨੂੰ ਮੱਚਦੀ ਰੱਖਣ ਵਾਸਤੇ ਤੂੰ ਕੀ ਕਰ? ਕਰਤੇ ਨੂੰ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਲਾਹੇ ਕਰ, ਉਹਦੀ ਸਿਫਤ ਕਰ, ਉਹਨੂੰ ਸਲਾਹੁਣਾ ਕਰ, ਉਹਨੂੰ ਜ਼ਿੰਦਗੀ ਵਿੱਚ ਵਰਤਾਉਣਾ ਕਰ, ਵਰਤਣ ਕਰ ਉਸ ਨਾਮ ਦਾ। ਮੇਰੇ ਮਨ ਕਰਤੇ ਨੂੰ ਸਾਲਾਹੇ, ਸਭੈ ਛੱਡ ਸਿਆਣਪਾਂ। ਗੁਰੂ ਮਹਾਰਾਜ ਕਹਿੰਦੇ ਨੇ ਕਿ ਸਹਿਸ ਸਿਆਣਪਾ ਲੱਖ ਹੋਏ। ਜੇ ਤੇਰੇ ਕੋਲੇ ਸਹਿਸ 1000 ਸਿਆਣਪਾਂ ਨੂੰ ਤੂੰ ਮਲਟੀਪਲਾਈ ਕਰੇ 1 ਲੱਖ ਨਾਲ, ਤੇਰੇ ਕੋਲੇ ਇੰਨੀਆਂ ਸਿਆਣਪਾਂ, ਭਾਵ ਕਿ ਤੈਨੂੰ ਇੰਨੀਆਂ ਚਲਾਕੀਆਂ, ਭਾਵ ਕਿ ਤੈਨੂੰ ਇੰਨੀਆਂ ਚਤਰਾਈਆਂ, ਭਾਵ ਕਿ ਤੈਨੂੰ ਇੰਨਾ ਫਰੇਬ, ਇੰਨਾ ਕਪਟ, ਤੈਨੂੰ ਇੰਨਾ ਤੂੰ ਚਾਣਕਿਆ ਹੋਵੇਂ, ਮਾਸਟਰ ਮਾਈਂਡਡ ਹੋਵੇਂ ਸਿਆਣਪਾਂ ਦੇ ਵਿੱਚ, ਟ੍ਰਿਕਸ ਦੇ ਵਿੱਚ, ਜਿਗਰੀ ਪੋਕਰੀ ਦੇ ਵਿੱਚ, ਮਾਸਟਰੀ ਟੂ ਡਿਸੀਵ ਅਦਰਸ, ਤੂੰ ਦੂਜਿਆਂ ਨੂੰ ਮਾਸਟਰ ਹੋਵੇਂ ਡਿਸੀਵ ਕਰਨ ਦੇ ਵਿੱਚ। ਮਹਾਰਾਜ ਕਹਿੰਦੇ ਨੇ ਇਹ ਭਾਈ ਤੈਨੂੰ ਛੱਡਣੀਆਂ ਪੈਣਗੀਆਂ। ਇਹ ਸਾਰਾ ਕੁਛ ਛੱਡ ਕੇ ਨਾ ਗੁਰ ਕੀ ਪੈਰੀ ਪਾਹੇ, ਗੁਰੂ ਦੇ ਪੈਰ ਦੇ ਰਸਤੇ 'ਤੇ, ਗੁਰੂ ਦੇ ਚਰਨ ਦੇ ਰਸਤੇ 'ਤੇ, ਗੁਰੂ ਦੇ ਮਾਰਗ ਦੇ ਉੱਤੇ, ਗੁਰੂ ਦੇ ਸ਼ਬਦ ਦੇ ਮਾਰਗ ਦੇ ਉੱਤੇ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਸੁਣ ਕੇ ਗੱਲ ਨੂੰ ਮੰਨ ਕੇ ਉਸ ਦੇ ਉੱਤੇ ਚੱਲ ਪੈਣਾ। ਮੰਨੈ ਧਰਮ ਸੇਤੀ
ਸੰਬੰਧ। ਜਿਵੇਂ ਤੂੰ ਸੁਣ ਕੇ ਗੱਲ ਨੂੰ ਮੰਨੇਗਾ, ਮੰਨੈ ਮੱਗ ਨਾ ਚੱਲੇ ਪੰਥ। ਤੇਰਾ ਪੈਰ ਆ ਭਾਈ ਜਿਹੜਾ ਉਹ ਮੱਗ, ਉਹ ਪੁੱਠੇ ਪਾਸੇ ਨੂੰ ਨਹੀਂ ਚੱਲੇਗਾ, ਗਲਤ ਰਸਤੇ ਨੂੰ ਨਹੀਂ ਚੱਲੇਗਾ, ਅਤੇ ਤੇਰਾ ਪੈਰ ਦਾ ਸੰਬੰਧ ਉਸ ਧਰਮ ਦੇ ਨਾਲ ਜੁੜ ਜਾਏਗਾ ਜਦੋਂ ਤੂੰ ਸੁਣ ਕੇ ਗੱਲ ਨੂੰ ਮੰਨੇਗਾ। ਪਰ ਇਹ ਕਦੋਂ ਸੁਣੀ ਜਾਏਗੀ? ਜਦੋਂ ਅਸੀਂ ਮਨ ਦੇ ਵਿੱਚੋਂ ਇਹ ਫਰੇਬ, ਇਹ ਟ੍ਰਿਕਸ ਨੇ, ਜਿਹੜੇ ਚਤਰਾਈਆਂ ਨੇ, ਇਹ ਕੱਢਾਂਗੇ। ਮਹਾਰਾਜ ਕਹਿੰਦੇ ਭਾਈ ਇਹਨਾਂ ਨੂੰ ਪਹਿਲਾਂ ਛੱਡ, ਫਿਰ ਤੇਰੇ ਹਿਰਦੇ ਵਿੱਚ ਉਹ ਵਾਹਿਗੁਰੂ ਦੀ ਸਿਫਤ ਸਲਾਹ ਆ ਜਿਹੜੀ ਉਹ ਟਿਕੇਗੀ। ਛੱਬੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ। ਗੁਰੂ ਦੀ ਪੈਰੀ ਦੇ ਵਿੱਚ, ਗੁਰੂ ਦੇ ਪੈਰਾਂ ਦੇ ਵਿੱਚ, ਗੁਰੂ ਦੇ ਚਰਨਾਂ ਦੇ ਵਿੱਚ, ਗੁਰੂ ਦੀ ਬਾਣੀ ਦੇ ਲੜ ਲੱਗਣਾ ਕਰ। ਗੁਰੂ ਮਹਾਰਾਜ ਕਹਿੰਦੇ ਨੇ ਉਹਦਾ ਫਲ ਕੀ ਮਿਲੇਗਾ ਤੈਨੂੰ ਭਾਈ? ਦੁੱਖ ਭੁੱਖ ਨਹੀਂ ਵਿਆਪਈ। ਤੇਰੀ ਜ਼ਿੰਦਗੀ ਦੇ ਵਿੱਚ ਭੁੱਖ ਦਾ ਦੁੱਖ ਨਹੀਂ ਵਿਆਪੇਗਾ। ਹੁਣ ਭੁੱਖ ਕੀ ਹੁੰਦੀ ਆ? ਭੁੱਖ ਉਹ ਚੀਜ਼ ਹੁੰਦੀ ਆ ਜੋ ਚੀਜ਼ ਮੇਰੇ ਕੋਲੇ ਹੈ ਉਸ ਦਾ ਮੈਂ ਸ਼ੁਕਰਾਨਾ ਨਾ ਕਰਾਂ, ਅਤੇ ਜੋ ਚੀਜ਼ ਮੇਰੇ ਕੋਲੇ ਨਹੀਂ ਹੈ ਉਸ ਦੀ ਮਨ ਵਿੱਚ ਭੁੱਖ ਰੱਖੀ ਜਾਵੇ। ਦੂਸਰੇ ਦੀ ਕਿਸੇ ਚੀਜ਼ ਵੱਲ ਨੀਅਤ ਬਦਨੀਅਤ ਕੀਤੀ ਜਾਵੇ, ਇਹ ਭੁੱਖ ਹੁੰਦੀ ਆ। ਮਹਾਰਾਜ ਕਹਿੰਦੇ ਨੇ ਕਿ ਭੁੱਖਿਆ ਭੁੱਖ ਨਾ ਉਤਰੀ। ਭੁੱਖਿਆ ਬੰਦਿਆ, ਇਹ ਜਿਹੜੀ ਤੇਰੀ ਭੁੱਖ ਆ, ਇਹ ਭੁੱਖ ਦੇ ਨਾਲ ਨਹੀਂ ਉਤਰੇਗੀ ਜਿੰਨਾ ਚਿਰ ਤੱਕ ਤੂੰ ਜ਼ਿੰਦਗੀ ਵਿੱਚ ਸ਼ੁਕਰਾਨਾ ਨਹੀਂ ਕਰਦਾ, ਜਿੰਨਾ ਚਿਰ ਤੱਕ ਤੂੰ ਉਸ ਪਰਮਾਤਮਾ ਦਾ ਧੰਨਵਾਦ ਨਹੀਂ ਕਰਦਾ। ਇਹ ਭੁੱਖ ਅਸਲ ਦੇ ਵਿੱਚ ਇਨਸਾਨ ਨੂੰ ਇੱਕ ਦੁੱਖ ਬਣ ਕੇ ਲੱਗੀ ਹੋਈ ਆ। ਮਹਾਰਾਜ ਕਹਿੰਦੇ ਨੇ ਕਿ ਭਾਈ ਤੈਨੂੰ ਭੁੱਖ ਦਾ ਜਿਹੜਾ ਦੁੱਖ ਆ ਉਹ ਨਹੀਂ ਵਿਆਪੇਗਾ, ਉਹ ਤੇਰੀ ਜ਼ਿੰਦਗੀ ਦੇ ਵਿੱਚ ਨਹੀਂ ਆਏਗਾ। ਭਾਵ ਕਿ ਤੈਨੂੰ ਇਹ ਭੁੱਖ ਦਾ ਰੋਗ ਨਹੀਂ ਲੱਗੇਗਾ। ਤੇਰੇ ਕੋਲ ਜਿੰਨੀ ਹੈਗੀ ਆ, ਰੁੱਖੀ ਮਿੱਸੀ ਖਾਏ ਕੇ ਠੰਡਾ ਪਾਣੀ ਪੀ। ਠੰਡਾ ਪਾਣੀ ਪੀ ਕੇ ਨਾ ਤੇਰੇ ਵਿੱਚ ਸ਼ੁਕਰਾਨਾ ਕਰਨ ਦੀ ਸ਼ਕਤੀ ਆ ਜਾਏਗੀ। ਜਦੋਂ ਤੇਰਾ ਸਰੀਰ ਤੰਦਰੁਸਤ ਹੋਏਗਾ, ਜਦੋਂ ਤੇਰੇ ਮਨ ਵਿੱਚ ਭੁੱਖ ਨਹੀਂ ਹੋਏਗੀ, ਜਦੋਂ ਤੇਰੀ ਜ਼ਿੰਦਗੀ ਦੇ ਵਿੱਚ ਰੱਜ ਹੋਏਗਾ। ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ। ਰੱਜੀ ਹੋਈ ਰੂਹ ਦੀ ਨਿਸ਼ਾਨੀ ਦੀ ਮਹਾਰਾਜ ਗੱਲ ਕਰਦੇ ਆ। ਭਾਈ ਦੁੱਖ ਭੁੱਖ ਨਾ ਹੈ ਵਿਆਪਈ। ਤੈਨੂੰ ਦੁੱਖ ਨਹੀਂ ਵਿਆਪੇਗਾ। ਕਾਹਦਾ ਦੁੱਖ ਨਹੀਂ ਵਿਆਪੇਗਾ ਜੀ? ਭੁੱਖ ਦਾ ਦੁੱਖ ਨਹੀਂ ਵਿਆਪੇਗਾ। ਕਿਉਂਕਿ ਨਹੀਂ ਤੇ ਤੂੰ ਭੁੱਖ ਦੇ ਦੁੱਖ ਵਿੱਚ ਕੀ ਕਰਦਾ ਆ? ਸਹਿਸ ਖੱਟੇ ਕਮਾਈ 1000 ਦੀ ਆ, ਲੱਖ ਕੋ ਉੱਠਤਾ ਵੈ। ਇਹ ਦੁੱਖ ਆ। ਕਮਾਈ 1000 ਦੀ ਆ, ਸਹਿਸ ਦੀ ਆ, 1000 ਕਮਾਇਆ ਪਰ ਲੱਖ ਕੋ ਉੱਠਤਾ ਵੈ। ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਹੋਰ ਭੁੱਖ ਲੱਗੀ ਜਾਏਗੀ, ਹੋਰ ਭੁੱਖ ਲੱਗੀ ਜਾਏਗੀ, ਹੈ ਨਾ। ਲੱਖ ਜੋੜੇ 1 ਲੱਖ ਜੋੜੇ ਔਰ ਕਰੋੜੇ, ਪਰੇ ਪਰੇ ਕੋ ਹੀ ਲੁਝੀ ਰੇ। ਪਰੇ ਪਰੇ ਨੂੰ ਬੰਦਾ ਲੁੱਝਦਾ ਜਾਂਦਾ, ਖਪਤ ਹੁੰਦਾ ਜਾਂਦਾ। ਮਹਾਰਾਜ ਕਹਿੰਦੇ ਨੇ ਕਿ ਮਾਇਆ ਮਮਤਾ ਮੋਹਣੀ, ਇਹਦਾ ਸੁਭਾਅ ਕੀ ਆ? ਇਹ ਤ੍ਰਿਸ਼ਨਾ ਦਾ ਸੁਭਾਅ ਕੀ ਆ? ਇਹ ਬੜੀ ਮੋਹਣੀ ਲੱਗਦੀ ਆ ਬੰਦੇ ਨੂੰ, ਬੜੀ ਅਟਰੈਕਟਿਵ ਲੱਗਦੀ ਆ। ਪਰ ਮਹਾਰਾਜ ਕਹਿੰਦੇ ਨੇ ਕਿ ਮਾਇਆ ਮਮਤਾ ਮੋਹਣੀ ਮੋਹ ਲੈਂਦੀ ਆ ਇਨਸਾਨ ਨੂੰ। ਪਰ ਮੋਹ ਕਰਦੀ ਕਰਦੀ ਫਿਰ ਇਹ ਦੰਦ ਵੀ ਨਹੀਂ ਮਾਰਦੀ ਹੈਗੀ ਇਨਸਾਨ ਦੇ। ਮਾਇਆ ਮਮਤਾ ਮੋਹਣੀ ਨਾਗਣੀ ਕਿਹਾ ਇਸ ਨੂੰ, ਪਰ ਇਹ ਦੰਦ ਨਹੀਂ ਮਾਰਦੀ। ਇਹ ਪਿਆਰ ਕਰਦੀ ਕਰਦੀ ਬੰਦੇ ਨੂੰ ਸਿੱਧਾ ਹੀ ਨਿਕਲ ਜਾਂਦੀ ਆ। ਮਾਇਆ ਮਮਤਾ ਮੋਹਣੀ ਮੋਹ ਲੈਣ ਵਾਲੀ, ਮੋਹ ਦੇ ਵਿੱਚ ਖਿੱਚ ਲੈਣ ਵਾਲੀ, ਮੋਹ ਪਾ ਕੇ ਆਪਦੇ ਅੰਦਰ ਨਿਗਾਰ ਲੈਣ ਵਾਲੀ। ਮਾਇਆ ਮਮਤਾ ਮੋਹਣੀ ਬਿਨ ਦੰਤਾਂ ਜੱਗ ਖਾਇਆ। ਕਹਿੰਦੇ ਜਿਹੜੀ ਸੱਪਣੀ ਹੁੰਦੀ ਆ ਨਾ, ਉਹ ਇੱਕ ਕੁੰਡਲ ਮਾਰ ਲੈਂਦੀ ਆ ਆਪਦੇ ਬੱਚਿਆਂ ਦੇ। ਉਹਦੇ ਕਾਫੀ ਬੱਚੇ ਹੁੰਦੇ, ਉਹ ਜਿਹੜੇ ਬੱਚੇ ਤਾਂ ਉਹਦੀ ਕੁੰਡਲ 'ਚੋਂ ਬਾਹਰ ਨਿਕਲ ਜਾਂਦੇ, ਉਹ ਤਾਂ 5-7 ਬਚ ਜਾਂਦੇ। ਨਹੀਂ ਉਹ ਬਾਕੀਆਂ ਨੂੰ ਕਹਿੰਦੇ ਇੰਨਾ ਪਿਆਰ ਕਰਦੀ ਆ, ਪਿਆਰ ਕਰਦੀ ਕਰਦੀ ਉਹ ਇੰਨੇ ਕੂਲੇ ਹੁੰਦੇ ਆ, ਉਹ ਸਾਰਿਆਂ ਨੂੰ ਖਾ ਜਾਂਦੀ ਆ। ਪਰ ਦੇਖੋ ਜੇ ਸੱਪਣੀ ਸਾਰੇ ਬੱਚਿਆਂ ਨੂੰ ਨਾ ਖਾਵੇ ਹੈ ਨਾ, ਤਾਂ ਕਿੰਨੇ ਹੋ ਜਾਣ, ਹੈ ਨਾ, ਤਾਂ ਕਿੰਨੇ ਜਿਹੜੇ ਸੱਪ ਹੀ ਸੱਪ ਹੋ ਜਾਣ ਸੰਸਾਰ ਦੇ ਵਿੱਚ, ਹੈ ਨਾ। ਸੋ ਮਹਾਰਾਜ ਇਹ ਗੱਲ ਸਾਨੂੰ ਸਮਝਾਉਣਾ ਚਾਹੁੰਦੇ ਆ, ਭਾਈ ਤੂੰ ਇਸ ਮਾਇਆ ਦੇ ਕੁੰਡਲ ਵਿੱਚੋਂ ਨਿਕਲਿਆ। ਪਰ ਕਿੱਦਾਂ ਨਿਕਲੇਗਾ ਤੂੰ ਕੁੰਡਲ ਵਿੱਚੋਂ? ਜਿਨੀ ਨਾਮ ਧਿਆਇਆ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਇਹ ਕੁੰਡਲ ਵਿੱਚੋਂ ਨਿਕਲਣ ਦੀ ਜੁਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ। ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ। ਜਦੋਂ ਤੂੰ ਗੁਰੂ ਦੀ ਪੈਰਾਂ ਨਾਲ ਲੱਗੇਗਾ, ਜਦੋਂ ਤੂੰ ਗੁਰੂ ਦੇ ਮਾਰਗ 'ਤੇ ਚੱਲੇਗਾ, ਤਾਂ ਭਾਈ ਇਸ ਕੁੰਡਲ ਦੇ ਵਿੱਚੋਂ ਨਿਕਲੇਗਾ। ਨਹੀਂ ਇਹਨੇ ਦੰਦ ਤੇਰੇ ਵੀ ਨਹੀਂ ਮਾਰਨਾ ਹੈਗਾ। ਬਿਨ ਦੰਤਾਂ ਜੱਗ ਖਾਇਆ। ਦੁੱਖ
ਭੁੱਖ ਨਹਿ ਵਿਆਪਈ, ਤੈਨੂੰ ਇਹ ਭੁੱਖ ਨਹੀਂ ਲੱਗੂਗੀ, ਇਹ ਮਾਇਆ ਦੇ ਤੂੰ ਜਾਲ ਵਿੱਚ ਨਹੀਂ ਆਏਗਾ ਅਤੇ ਤੂੰ ਨਿਗਲਿਆ ਨਹੀਂ ਜਾਏਗਾ। ਕਦੋਂ? ਜੇ ਸੁਖ ਦਾਤਾ ਮਨ ਹੋਏ। ਹੁਣ ਇੱਥੇ ਜੇ ਦਾ ਮਤਲਬ ਆ ਗਿਆ, ਜਦੋਂ ਤੇਰੇ ਹਿਰਦੇ ਵਿੱਚ ਭਾਈ ਵਾਹਿਗੁਰੂ ਸੁੱਖਾਂ ਦਾ ਦਾਤਾ ਪਰਮਾਤਮਾ ਤੇਰੇ ਮਨ ਵਿੱਚ ਵਸਿਆ ਹੋਇਆ, ਫਿਰ ਕੀ ਹੋਏਗਾ? ਫਲ ਕੀ ਹੋਏਗਾ? ਕਿਤੇ ਹੀ ਕੰਮ ਨਾ ਛਿੱਜੀਏ, ਤੇਰੇ ਕੰਮ ਵਿੱਚ ਛਿੱਜਾਪਣ ਨਹੀਂ ਆਏਗਾ, ਤੇਰੇ ਕੰਮ ਵਿੱਚ ਕੋਈ ਘਾਟਾ ਨਹੀਂ ਆਏਗਾ, ਕੋਈ ਅਸਫਲਤਾ ਨਹੀਂ ਆਏਗੀ, ਕੋਈ ਨਿਸਫਲਤਾ ਨਹੀਂ ਆਏਗੀ। ਕਿਤੇ ਹੀ ਕੰਮ ਨਾ ਛਿੱਜੀਏ, ਜਾ ਹਿਰਦੈ ਸੱਚਾ ਸੋਏ। ਜਦੋਂ ਤੇਰੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ, ਸੱਚਾ ਵਾਹਿਗੁਰੂ ਟਿਕਿਆ ਹੋਏਗਾ, ਜਦੋਂ ਤੇਰੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਮਨ ਮੇਰੇ ਕਰਤੈ ਨੂੰ ਸਾਲਾਹੇ, ਜਦੋਂ ਤੇਰੇ ਹਿਰਦੇ ਵਿੱਚ ਉਸ ਵਾਹਿਗੁਰੂ ਦੀ ਸਿਫਤ ਹੋਏਗੀ, ਸਲਾਹੇ ਹੋਏਗੀ, ਵਡਿਆਈ ਹੋਏਗੀ, ਉਸਤਤ ਹੋਏਗੀ, ਉਸ ਵੱਡੇ ਕੀਆਂ ਵਡਿਆਈਆਂ ਤੇਰੇ ਹਿਰਦੇ ਵਿੱਚ ਵਸੀਆਂ ਹੋਣਗੀਆਂ। ਕਦੇ ਵੀ ਤੈਨੂੰ ਕਿਸੇ ਕੰਮ ਦੇ ਵਿੱਚ ਘਾਟ ਨਹੀਂ ਆਏਗੀ। ਜਿਸ ਤੂੰ ਰੱਖੈ ਹੱਥ ਦੇ, ਜਿਹਨੂੰ ਵਾਹਿਗੁਰੂ ਜੀ ਤੁਸੀਂ ਹੱਥ ਦੇ ਕੇ ਰੱਖਦੇ ਹੋ, ਤਿਸ ਮਾਰ ਨਾ ਸਕੈ ਕੋਈ, ਤਾਂ ਉਸ ਨੂੰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਸਿਰ ਉੱਪਰ ਠਾਡਾ ਗੁਰਸੂਰਾ। ਤਾਂ ਉਹਦੇ ਉੱਤੇ ਉਹ ਠਾਡਾ ਜਿਹੜਾ ਗੁਰੂ ਸੂਰਮਾ ਠਾਡਾ ਖੜਾ ਆ ਸਿਰ ਦੇ ਉੱਤੇ, ਨਾਨਕ ਤਾ ਕੇ ਕਾਰਜ ਪੂਰਾ, ਸੁਖ ਦਾਤਾ ਗੁਰ ਸੇਵੀਏ। ਤਾਂ ਉਸ ਸੁੱਖਾਂ ਦੇ ਦਾਤੇ ਅਕਾਲ ਪੁਰਖ ਵਾਹਿਗੁਰੂ ਨੂੰ ਭਾਈ ਸੇਵਾ ਕਰਨੀ ਕਰੋ, ਉਸ ਨੂੰ ਸੇਵਨਾ ਕਰੋ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੀ ਕਰੀਏ? ਸੇਵਨਾ ਕਰੀਏ। ਸੇਵਨਾ ਕੀ? ਸੁਣਨਾ ਕਰੀਏ। ਸੁਣਨਾ ਕਿੱਦਾਂ ਕਰੀਏ? ਆਪਣੇ ਮਨ ਦੇ ਵਿੱਚ ਜਿਹੜਾ ਸ਼ੋਰ ਆ, ਜਿਹੜੀ ਬੇਤਾਲਤਾ ਆ, ਜਿਹੜੀ ਜ਼ਿੰਦਗੀ ਦੀਆਂ ਕੂੜ ਕਵਾੜ ਗੱਲਾਂ ਨੇ, ਇਹਨਾਂ ਨੂੰ ਚੁੱਪ ਕਰਾ ਕੇ, ਬੇਤਾਲਤਾ ਨੂੰ ਤਾਲ ਵਿੱਚ ਲਿਆ ਕੇ, ਬੇਸੁਰਤਾ ਨੂੰ ਸੁਰ ਵਿੱਚ ਲਿਆ ਕੇ ਕੀ ਕਰੀਏ ਭਾਈ? ਸੁਣਨਾ ਕਰੀਏ। ਕੀ ਸੁਣਨਾ ਕਰੀਏ? ਸਤਿਗੁਰੂ ਜੀ ਦੀ ਬਾਣੀ ਸੁਣਨਾ ਕਰੀਏ। ਸੁਖ ਦਾਤੇ ਗੁਰੂ ਦੀ ਬਾਣੀ ਨੂੰ ਹਿਰਦੇ ਵਿੱਚ ਧਾਰਨ ਕਰਨਾ ਕਰੀਏ। ਸਭ ਅਵਗਣ ਕੱਢੇ ਧੋਏ, ਜਿਵੇਂ ਹੀ ਉਹ ਸਾਬਣ, ਜਿਵੇਂ ਹੀ ਉਹ ਮੱਤ, ਜਿਵੇਂ ਹੀ ਉਹ ਗੁਰੂ ਦੀ ਬਾਣੀ ਹਿਰਦੇ ਵਿੱਚ ਜਾਏਗੀ, ਇਹ ਜਿਹੜੇ ਅਵਗਣ ਨੇ ਕੱਢੇ ਧੋਏ, ਉਹਨਾਂ ਨੂੰ ਧੋ ਕੇ ਕੱਢ ਦੇਵੇਗੀ। ਸੇਵਾ ਮੰਗੈ ਸੇਵਕੋ, ਲਾਈਆਂ ਆਪਣੀ ਸੇਵ। ਤੇ ਜਿਹੜੇ ਉਸ ਵਾਹਿਗੁਰੂ ਜੀ ਕੋਲੋਂ ਉਹ ਤੋਂ ਸੇਵਾ ਮੰਗਦੇ ਆ, ਤੇ ਉਹ ਉਹਨਾਂ ਨੂੰ ਕੀ ਲਗਾ ਲੈਂਦਾ? ਆਪਣੀ ਸੇਵ ਦੇ ਵਿੱਚ ਲਗਾ ਲੈਂਦਾ। ਸਾਧੂ ਸੰਗ ਮਸ਼ੱਕਤੇ, ਸਾਧੂਆਂ ਦੇ ਸੰਗ ਵਿੱਚ ਫਿਰ ਉਹ ਮਸ਼ੱਕਤ ਕਰਦੇ ਨੇ, ਸੇਵਾ ਕਰਦੇ ਨੇ। ਤੁਠੈ ਪਾਵਾ ਦੇਵ, ਉਹ ਸੁੱਖਾਂ ਦਾ ਦਾਤਾ ਜਿਹੜਾ ਦੇਵ ਆ, ਵੱਡਾ ਦੇਵਤਾ ਆ, ਜਿਹੜਾ ਪਰਮ ਦੇਵ ਆ, ਤੁੱਠਦਾ ਹੈ, ਖੁਸ਼ ਹੁੰਦਾ ਹੈ। ਪਾਵਾ, ਤੇ ਉਹਨਾਂ ਦੇ ਹਿਰਦੇ ਵਿੱਚ ਬਖਸ਼ਿਸ਼ ਪਾ ਦਿੰਦਾ ਹੈ। ਸਭ ਕਿਛ ਵਸਗਤ ਸਾਹਿਬੇ, ਆਪੇ ਕਰਨ ਕਰੀਬ। ਫਿਰ ਪਤਾ ਲੱਗ ਜਾਂਦਾ ਗੁਰਮੁਖ ਨੂੰ ਕਿ ਇਹ ਉਸ ਦਾਤੇ ਦੀ ਬਖਸ਼ਿਸ਼ ਆ, ਇਹ ਉਸ ਦਾਤੇ ਨੇ ਵਸਗਤ, ਜਿਹੜੀਆਂ ਸਾਰੀ ਦੁਨੀਆ ਉਸ ਪਰਮਾਤਮਾ ਨੇ ਆਪਣੇ ਵਸ ਵਿੱਚ ਕੀਤੀ ਹੋਈ ਆ, ਗਤੀ ਵਿੱਚ ਕੀਤੀ ਹੋਈ ਆ। ਆਪੇ ਕਰਨ ਕਰੇਵ, ਸਤਿਗੁਰ ਕੈ ਬਲਿਹਾਰਣੇ, ਮਨਸਾ ਸਭ ਪੂਰੇਵ। ਵਾਹਿਗੁਰੂ ਜੀ ਉਹਨਾਂ ਦੀ ਮਨਸਾ ਪੂਰੀ ਕਰ ਦਿੰਦੇ ਆ। ਇੱਕੋ ਦਿਸੈ ਸੱਜਣੋ, ਫਿਰ ਉਹ ਇੱਕ ਵਾਹਿਗੁਰੂ ਨਾਲ ਜੁੜਨ ਕਰਕੇ ਗੁਰਾ ਇੱਕ ਦੇਹ ਵਜਾਈ, ਉਹਨਾਂ ਦੇ ਹਿਰਦੇ ਵਿੱਚ ਇੱਕ ਓਅੰਕਾਰ ਦੀ ਬੁੱਝ ਪਾ ਦਿੰਦਾ, ਅਤੇ ਸੰਸਾਰ ਦੇ ਵਿੱਚ ਉਹਨਾਂ ਨੂੰ ਕੋਈ ਫਿਰ ਬਗਾਨਾ ਨਹੀਂ ਦਿਸਦਾ। ਸਭ ਇੱਕੋ ਭਾਈ ਮੀਤ, ਸਾਰੇ ਮਿੱਤਰ ਤੇ ਭਰਾ ਬਰਾਬਰ ਹੁੰਦੇ ਆ। ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤ। ਫਿਰ ਉਹ ਸਾਰੇ ਰੀਤ ਆ ਜਿਹੜੀ ਮਰਿਆਦਾ, ਉਹ ਫਿਰ ਇੱਕ ਅਕਾਲ ਪੁਰਖ ਦੀ ਮਰਿਆਦਾ ਦੇ ਵਿੱਚ ਉਹਨੂੰ ਚੱਲਦੀ ਨਜ਼ਰ ਆਉਂਦੀ ਆ। ਇੱਕ ਸਿਉ ਮਨ ਮਾਨਿਆ ਤਾਂ ਹੋਆ ਨਿਹਚਲ ਚੀਤ, ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਿਨ੍ਹਾਂ ਦਾ ਮਨ ਮੰਨ ਜਾਂਦਾ ਗੁਰੂ ਦੀ ਕਿਰਪਾ ਕਰਕੇ, ਤਾਂ ਹੋਆ ਨਿਹਚਲ ਚੀਤ। ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਉਹਨਾਂ ਦਾ ਭਰੋਸਾ, ਉਹਨਾਂ ਦੀ ਟੇਕ, ਉਹਨਾਂ ਦਾ ਯਕੀਨ, ਸੱਚ ਖਾਣਾ ਸੱਚ ਪਹਿਨਣਾ, ਉਹਨਾਂ ਦਾ ਡੇਲੀ ਰੂਟੀਨ, ਜ਼ਿੰਦਗੀ ਦੇ ਕਰਮ ਕਾਜ ਉਸ ਸੱਚ ਦੇ ਉੱਤੇ ਟਿਕ ਜਾਂਦੇ ਆ। ਅਤੇ ਭਾਈ ਉਹਨਾਂ ਦੀ ਸੱਚ ਵਾਹਿਗੁਰੂ ਦੇ ਉੱਤੇ ਆਪਣੀ ਇੱਕ ਟੇਕ ਆ ਜਾਂਦੀ ਆ। ਅਤੇ ਅੱਜ ਇਹਦੇ ਆਪਾਂ ਪਹਿਲੇ ਸ਼ਬਦ ਦੇ ਅੱਖਰੀ ਅਰਥ ਵਿਚਾਰ ਕੀਤੇ ਆ। ਕੱਲ੍ਹ ਨੂੰ ਆਪਾਂ ਇਹਨਾਂ ਦੇ ਅਨੁਭਵੀ ਅਤੇ ਅੰਤਰੀਵ ਅਰਥ ਕਰਾਂਗੇ। ਅਤੇ ਜਿਹੜਾ ਸ਼ਬਦ ਤੁਸੀਂ ਪੁੱਛਿਆ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ,
ਗੁਰੂ ਮਹਾਰਾਜ ਜੀ ਆਪਦੀ ਮੱਤ ਬਖਸ਼ਿਸ਼ ਕਰਨ ਤੇ ਛੋਟੀ ਮੱਤ ਨਾਲ ਵੱਡੀਆਂ ਵਿਚਾਰਾਂ ਦੀ ਕੋਸ਼ਿਸ਼ ਕਰੀਦੀ ਹੈ ਜੀ। ਮਿਹਰ ਭਰਿਆ ਹੱਥ ਰੱਖਣਾ, ਦੇਹੋ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸੁਮੇਲ, ਬੇਅੰਤ ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।